ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਿਹੜੀਆਂ ਮੇਰੀਆਂ ਭੈਣਾਂ ਆਪਣੀ ਘਰ ਦੀ ਰਸੋਈ ਦੇ ਵਿੱਚ ਪਹਿਲਾ ਕਦਮ ਰੱਖਦਿਆਂ ਸਾਰ ਹੀ ਇਹਨਾਂ ਦੋ ਸ਼ਬਦਾਂ ਦਾ ਜਾਪ ਕਰਦੀਆਂ ਨੇ। ਘਰ ਦੇ ਵਿੱਚ ਮਾਇਆ ਦੇ ਖੁੱਲ੍ਹੇ ਗੱਫੇ ਆਉਂਦੇ ਹਨ ਅਤੇ ਉਸ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਰਹਿੰਦੀ, ਤੰਦਰੁਸਤੀ ਬਣੀ ਰਹਿੰਦੀ ਹੈ। ਅਤੇ ਉਹ ਕਿਹੜਾ ਸ਼ਬਦ ਹੈ, ਕਿਸ ਤਰੀਕੇ ਦੇ ਨਾਲ ਕਰਨਾ ਹੈ ਤਾਂ ਕਿ ਬਰਕਤ ਅਤੇ ਤੰਦਰੁਸਤੀ ਬਣੀ ਰਹੇ, ਅਤੇ ਉਹ ਕਿਹੜੇ ਸ਼ਬਦ ਨੇ, ਕਿਸ ਤਰੀਕੇ ਨਾਲ ਆਪਾਂ ਬੋਲਣੇ ਹਨ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ 'ਤੇ ਗੱਲ ਕਰਾਂਗੇ, ਅਤੇ ਇਸ ਲਈ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ। ਅਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ, ਖਾਸ ਕਰਕੇ ਮੇਰੀਆਂ ਭੈਣਾਂ, ਸਾਧ ਸੰਗਤ ਜੀ, ਹਰ ਘਰ ਦੀ ਜੋ ਰਸੋਈ ਬਣੀ ਹੁੰਦੀ ਹੈ ਅਤੇ ਉਸ ਰਸੋਈ ਦੇ ਵਿੱਚ ਜੋ ਵੀ ਭੋਜਨ ਬਣਦਾ ਹੈ, ਉਸ ਭੋਜਨ ਦੇ ਉੱਤੇ ਘਰ ਦੇ ਜੀਆਂ ਦੇ, ਘਰ ਦੇ ਪਸ਼ੂ ਪੰਛੀਆਂ ਦਾ ਅਤੇ ਘਰ ਦੇ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਬਰਾਬਰ ਦਾ ਹੱਕ ਹੁੰਦਾ ਹੈ। ਅਤੇ ਮਹਾਂਪੁਰਖ ਕਹਿੰਦੇ ਹਨ ਕਿ ਜਿੰਨਾ ਦਾਨ ਖੁਸ਼ ਹੋ ਕੇ ਕੀਤਾ ਜਾਵੇ, ਸੇਵਾ ਭਾਵਨਾ ਦੇ ਨਾਲ, ਓਨਾ ਹੀ ਸਾਡੇ ਘਰ ਦੇ ਵਿੱਚ ਬਰਕਤ ਤੰਦਰੁਸਤੀ ਬਣੀ ਰਹਿੰਦੀ ਹੈ। ਭਾਵ ਕਿ ਜਦੋਂ ਵੀ ਸਾਡੇ ਘਰ ਵਿੱਚ ਪਸ਼ੂ ਪੰਛੀ ਆਉਂਦੇ ਹਨ, ਸਾਡੇ ਘਰ ਦੇ ਵਿੱਚ ਕੋਈ ਮਹਿਮਾਨ ਆਉਂਦਾ ਹੈ, ਜਾਂ ਆਪਾਂ ਜਦੋਂ ਵੀ ਘਰ ਦੇ ਜੀਆਂ ਨੂੰ ਭੋਜਨ ਛਕਾਉਂਦੇ ਹਾਂ, ਅਤੇ ਜੇਕਰ ਉਦੋਂ ਸਾਡੇ ਮਨ ਦੇ ਵਿੱਚ ਬੜੀ ਚੰਗੀ ਭਾਵਨਾ ਹੋਵੇ, ਸੇਵਾ ਵਾਲੀ ਭਾਵਨਾ ਹੋਵੇ, ਉਸ ਮਾਲਕ ਦਾ ਸ਼ੁਕਰ ਕਰਕੇ ਭੋਜਨ ਛਕਾਈਏ, ਤਾਂ ਸਾਡੇ ਘਰ ਦੇ ਵਿੱਚ ਬਰਕਤ ਸੰਭਾਲਿਆਂ ਵੀ ਨਹੀਂ ਸੰਭਾਲੀ ਜਾਂਦੀ। ਉਹ ਘਰ ਹਮੇਸ਼ਾ ਤਰੱਕੀ ਕਰਦੇ ਹਨ। ਜਿਸ ਘਰ ਦੇ ਵਿੱਚ ਭੋਜਨ ਬਣਾਉਂਦੇ ਸਮੇਂ, ਭੋਜਨ ਖਾਂਦੇ ਸਮੇਂ ਮਾਲਕ ਦਾ ਸ਼ੁਕਰਾਨਾ ਮੇਰੀਆਂ ਭੈਣਾਂ ਕਰਦੀਆਂ ਨੇ। ਜਿੰਨਾ ਹੀ ਆਪਾਂ ਪਿਆਰ ਸਤਿਕਾਰ ਦੇ ਨਾਲ ਸੇਵਾ ਦੀ ਭਾਵਨਾ ਰੱਖਦੇ ਹਾਂ, ਭੋਜਨ ਬਣਾਵਾਂਗੇ, ਛਕਾਵਾਂਗੇ, ਓਨਾ ਹੀ ਘਰ ਦੇ ਵਿੱਚ ਖੁਸ਼ੀਆਂ ਅਤੇ ਬਰਕਤਾਂ ਆਉਂਦੀਆਂ ਨੇ। ਇਹ ਗੱਲ ਚਾਹੇ ਤੁਸੀਂ ਅਜ਼ਮਾ ਕੇ ਦੇਖ ਲਓ, ਲਗਾਤਾਰ 21 ਦਿਨ ਕਰਕੇ ਦੇਖ ਲੈਣਾ, ਅਤੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ, ਘਰ ਦੇ ਵਿੱਚ ਬਰਕਤ ਬਣੀ ਰਹੇਗੀ। ਇਸ ਕਰਕੇ ਸਾਡੇ ਮਹਾਂਪੁਰਖਾਂ ਨੇ ਕੁਝ ਜੁਗਤੀਆਂ ਦੱਸੀਆਂ ਨੇ, ਜਿਨ੍ਹਾਂ ਜੁਗਤੀਆਂ ਦੇ ਵਿੱਚੋਂ ਇਹ ਦੋ ਸ਼ਬਦ ਸਾਨੂੰ ਦੱਸੇ ਹਨ, ਜੋ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਨੇ ਹਨ। ਤਾਂ ਦੇਖਣਾ, ਜਦੋਂ ਆਪਾਂ ਇਹ ਦੋ ਸ਼ਬਦ ਬੋਲਾਂਗੇ ਤਾਂ ਸਾਡੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਵੀ ਬਣੀ ਰਹੇਗੀ, ਘਰ ਦੇ ਜੀਆਂ ਦਾ ਆਪਸੀ ਪ੍ਰੇਮ ਪਿਆਰ ਬਣਿਆ ਰਹੇਗਾ, ਅਤੇ ਸਾਡੇ ਘਰ ਦੀਆਂ ਦਾਤਾਂ ਦੇ ਭੰਡਾਰ ਭਰੇ ਰਹਿਣਗੇ। ਕਿਉਂਕਿ ਸਾਡੇ ਘਰ ਦੀ ਰਸੋਈ ਤੋਂ ਹੀ ਊਰਜਾ ਸਾਡੇ ਘਰ ਦੇ ਜੀਆਂ ਨੂੰ ਪਹੁੰਚਦੀ ਹੈ। ਇਸ ਕਰਕੇ ਇਹ ਨਿੱਕੀਆਂ ਗਲਤੀਆਂ ਕਰਕੇ ਸਾਡੇ ਘਰ ਪਰਿਵਾਰ ਦੀ ਸ਼ਾਂਤੀ, ਸਾਡਾ ਮਨ ਭਟਕੇ ਨਾ, ਸਾਡੇ ਘਰ ਦੇ ਵਿੱਚ ਕੋਈ ਨੈਗੇਟਿਵਿਟੀ ਐਨਰਜੀ ਨਾ ਆਵੇ। ਇਸੇ ਕਰਕੇ ਸਾਨੂੰ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ, ਅਤੇ ਇਹ ਦੋ ਸ਼ਬਦ ਹੈ ਜਿਨ੍ਹਾਂ ਦਾ ਉਚਾਰਨ ਕਰਨਾ ਚਾਹੀਦਾ ਹੈ। ਜਿੰਨਾ ਉਚਾਰਨ ਕਰਾਂਗੇ ਓਨਾ ਹੀ ਸਾਡੇ ਘਰ ਦੀਆਂ ਬਰਕਤਾਂ ਖੁਸ਼ੀਆਂ ਬਣੀਆਂ ਰਹਿਣਗੀਆਂ। ਉਹ ਦੋ ਸ਼ਬਦ ਦੱਸਣ ਤੋਂ ਪਹਿਲਾਂ ਇਹ ਕੁਝ ਜ਼ਰੂਰੀ ਨਿਯਮ ਹਨ ਜੋ ਆਪਾਂ ਅਪਣਾਉਣੇ ਹਨ। ਪਹਿਲਾ ਇਹ ਹੈ ਕਿ ਘਰ ਦੀ ਰਸੋਈ ਦੇ ਵਿੱਚ ਸਾਡਾ ਪਹਿਲਾ ਕਦਮ ਇਸ਼ਨਾਨ ਕਰਨ ਤੋਂ ਬਾਅਦ ਪੈਣਾ ਚਾਹੀਦਾ ਹੈ, ਭਾਵ ਕਿ ਇਸ਼ਨਾਨ ਕਰਕੇ ਫਿਰ ਰਸੋਈ ਦੇ ਵਿੱਚ ਜਾਣਾ ਹੈ। ਸਾਡੇ 6ਵੇਂ ਪਾਤਸ਼ਾਹ ਜੀ ਨੇ ਆਪਣੀ ਬੇਟੀ ਵੀਰੋ ਨੂੰ ਵੀ ਸਮਝਾਇਆ ਸੀ ਕਿ ਸਹੁਰੇ ਘਰ ਜਾਣ ਲੱਗਿਆਂ ਇਹ ਮੱਤ ਦਿੱਤੀ ਸੀ ਕਿ ਧੀਏ, ਘਰ ਦੇ ਸਭ ਦੇ ਜੀਆਂ ਤੋਂ ਪਹਿਲਾਂ ਤੂੰ ਉੱਠਣਾ ਹੈ, ਅਤੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਬਾਣੀ ਪੜ੍ਹਨੀ ਹੈ, ਅਤੇ ਫਿਰ ਆਪਣੀ ਰਸੋਈ ਦੇ ਵਿੱਚ ਜਾਣਾ ਹੈ, ਅਤੇ ਖਾਣਾ ਬਣਾਉਂਦੇ ਹੋਏ ਵੀ ਗੁਰਬਾਣੀ ਦਾ ਜਾਪ ਕਰਨਾ ਹੈ। ਇਸ ਕਰਕੇ ਆਪਾਂ ਵੀ ਇਹ ਨਿਯਮ ਦੱਸੀ ਹੋਈ ਜੁਗਤ ਅਪਣਾਉਣੀ ਹੈ ਕਿ ਘਰ ਦੀ ਰਸੋਈ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਕਦਮ ਰੱਖਣਾ ਹੈ। ਖਾਸ ਕਰਕੇ ਜੋ ਵਿਆਹੀਆਂ ਹੋਈਆਂ ਹਨ, ਉਹਨਾਂ ਭੈਣਾਂ ਨੇ ਜ਼ਿਆਦਾ ਧਿਆਨ ਰੱਖਣਾ ਹੈ। ਤਾਂ ਘਰ ਦੀ ਰਸੋਈ ਦੇ ਵਿੱਚ ਇਸ਼ਨਾਨ ਕਰਕੇ ਕਦਮ ਰੱਖਣਾ ਹੈ। ਜੇ ਹੋ ਸਕੇ ਤਾਂ ਪਹਿਲਾਂ ਬਾਣੀ ਪੜ੍ਹ ਲੈਣੀ ਚਾਹੀਦੀ ਹੈ। ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਆਪਣੀ ਰਸੋਈ ਦੇ ਵਿੱਚ ਜਾਓ। ਜੋ ਵੀ ਖਾਣਾ ਬਣਾਉਣਾ ਹੈ, ਜੋ ਵੀ ਖਾਣ ਪੀਣ ਦੀ ਵਸਤੂ ਤਿਆਰ ਕਰਨੀ ਹੈ, ਅਤੇ ਰਸੋਈ ਦੇ ਵਿੱਚ ਪਹਿਲਾ ਕਦਮ ਰੱਖਦਿਆਂ ਸਾਰ ਹੀ ਪਹਿਲਾ ਸ਼ਬਦ ਬੋਲਣਾ ਹੈ, ਸਤਿਨਾਮ
श्री वाहिगुरु। तेरा ही आसरा ते फिर मालक दा शुकराना करना है कि मालका तेरा कोटन कोट शुक्र है कि तुसी मेरे हत्थां दे विच ਇਹ ਗੁਣ ਬਖਸ਼ਿਆ ਹੈ। ਅਤੇ ਫਿਰ ਕਹਿਣਾ ਹੈ ਕਿ ਪਾਤਸ਼ਾਹ ਮੇਰੇ ਘਰ ਦੇ ਅੰਨ ਭੰਡਾਰ ਸਦਾ ਭਰੇ ਰਹਿਣ। ਫਿਰ ਜਦੋਂ ਹੀ ਕੋਈ ਚੀਜ਼ ਤਿਆਰ ਕਰਨੀ ਹੈ, ਚਾਹੇ ਚਾਹ ਬਣਾਉਣੀ ਹੈ, ਚਾਹੇ ਦੁੱਧ ਗਰਮ ਕਰਨਾ ਹੈ, ਚਾਹੇ ਭੋਜਨ ਤਿਆਰ ਕਰਨਾ ਹੈ, ਤਾਂ ਉੱਥੇ ਹੋ ਸਕੇ ਤਾਂ ਚੌਪਾਈ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ। ਜਦੋਂ ਆਪਾਂ ਚੌਪਾਈ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਉਸ ਦੇ ਵਿੱਚ ਸਾਰੇ ਹੀ ਪਰਿਵਾਰ ਦੀ ਸੁੱਖ ਸ਼ਾਂਤੀ, ਤੰਦਰੁਸਤੀ, ਕਾਮਯਾਬੀ ਆ ਜਾਂਦੀ ਹੈ। ਅਤੇ ਚੌਪਾਈ ਸਾਹਿਬ ਜੀ ਦੀ ਬਾਣੀ ਕੰਠ ਨਹੀਂ ਹੈ ਤਾਂ ਫਿਰ ਮੂਲ ਮੰਤਰ ਜੀ ਦਾ ਜਾਪ ਕਰਦੇ ਹੋਏ ਹੀ ਆਪਾਂ ਰਸੋਈ ਦੇ ਵਿੱਚ ਕੋਈ ਵੀ ਚੀਜ਼ ਤਿਆਰ ਕਰਨੀ ਹੈ। ਅਤੇ ਜਦੋਂ ਵੀ ਘਰ ਦੇ ਜੀਆਂ ਨੂੰ ਕੋਈ ਵੀ ਚੀਜ਼ ਆਪਾਂ ਦੇਣੀ ਹੈ, ਛਕਾਉਣੀ ਹੈ, ਤਾਂ ਉਸ ਵੇਲੇ ਆਪਣੇ ਮਨ ਦੇ ਵਿੱਚ ਇਹ ਸ਼ਬਦ ਜ਼ਰੂਰ ਬੋਲਣੇ ਹਨ ਕਿ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ। ਅਤੇ ਇਹ ਗੱਲ ਆਪਣੇ ਬੱਚਿਆਂ ਨੂੰ ਵੀ ਸਮਝਾਉਣੀ ਹੈ, ਉਹਨਾਂ ਨੂੰ ਵੀ ਸਿਖਾਉਣੀ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਆਪਣੇ ਵਾਹਿਗੁਰੂ ਜੀ ਦਾ, ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਹੈ। ਖਾਣਾ ਖਾਣ ਤੋਂ ਪਹਿਲਾਂ ਵੀ, ਕੁਝ ਖਾਣ ਪੀਣ ਤੋਂ ਪਹਿਲਾਂ ਵੀ, ਚਾਹੇ ਆਪਾਂ ਪਾਣੀ ਪੀਂਦੇ ਹਾਂ, ਚਾਹੇ ਚਾਹ ਪੀਂਦੇ ਹਾਂ, ਚਾਹੇ ਦੁੱਧ ਪੀਂਦੇ ਹਾਂ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਬੇਹੱਦ ਜ਼ਰੂਰੀ ਹੈ। ਜਿੰਨਾ ਹੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਹੋਵੇਗਾ, ਓਨੀਆਂ ਹੀ ਘਰ ਦੇ ਵਿੱਚ ਬਰਕਤਾਂ ਆਉਣਗੀਆਂ, ਖੁਸ਼ੀਆਂ ਆਉਣਗੀਆਂ। ਤਾਂ ਫਿਰ ਆਪਾਂ ਵੀ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਈਏ ਕਿ ਰਸੋਈ ਦੇ ਵਿੱਚ ਇਸ਼ਨਾਨ ਕਰਕੇ ਫਿਰ ਜਾਣਾ ਹੈ ਅਤੇ ਰਸੋਈ ਵਿੱਚ ਪਹਿਲਾ ਕਦਮ ਰੱਖਦਿਆਂ ਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ। ਅਤੇ ਉਸ ਤੋਂ ਬਾਅਦ ਜੇਕਰ ਚੌਪਾਈ ਸਾਹਿਬ ਜੀ ਦੀ ਬਾਣੀ ਆਉਂਦੀ ਹੈ ਤਾਂ ਖਾਣਾ ਤਿਆਰ ਕਰਦਿਆਂ ਹੋਇਆਂ, ਚਾਹ ਪਾਣੀ ਤਿਆਰ ਕਰਦਿਆਂ ਹੋਇਆਂ ਚੌਪਾਈ ਸਾਹਿਬ ਜੀ ਦੀ ਬਾਣੀ ਪੜ੍ਹ ਲੈਣੀ ਹੈ। ਜੇ ਚੌਪਾਈ ਸਾਹਿਬ ਜੀ ਦੀ ਬਾਣੀ ਕੰਠ ਨਹੀਂ ਹੈ ਤਾਂ ਫਿਰ ਮੂਲ ਮੰਤਰ ਜੀ ਦਾ ਜਾਪ ਕਰ ਲਓ। ਜੇਕਰ ਮੂਲ ਮੰਤਰ ਜੀ ਦਾ ਜਾਪ ਵੀ ਨਹੀਂ ਕਰ ਸਕਦੇ ਤਾਂ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਜੀ ਦਾ ਸਿਮਰਨ ਕਰੋ। ਰਸੋਈ ਦੇ ਵਿੱਚ ਖਾਣਾ ਤਿਆਰ ਕਰਨਾ ਹੈ ਤਾਂ ਦੇਖਣਾ ਜੋ ਖਾਣਾ ਇਸ ਤਰ੍ਹਾਂ ਜਾਪ ਕਰਦਿਆਂ ਹੋਇਆਂ ਬਣਾਓਗੇ, ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ ਤਿਆਰ ਕਰੋਗੇ, ਉਹ ਖਾਣਾ ਨਹੀਂ, ਉਹ ਅੰਮ੍ਰਿਤ ਰੂਪੀ ਭੋਜਨ ਬਣ ਜਾਵੇਗਾ। ਅਤੇ ਜਿਸ ਚੀਜ਼ ਦੇ ਵੀ ਅੰਦਰ ਜਾਵੇਗਾ, ਉਸ ਚੀਜ਼ ਦੇ ਅੰਦਰ ਠੰਡਕ ਵਰਤ ਜਾਵੇਗੀ, ਸ਼ਾਂਤੀ ਵਰਤ ਜਾਵੇਗੀ। ਉਸ ਚੀਜ਼ ਦੇ ਅੰਦਰ ਦੀਆਂ ਕਈ ਕਮੀਆਂ ਪੇਸ਼ੀਆਂ ਦੂਰ ਹੋ ਜਾਣਗੀਆਂ ਅਤੇ ਸਾਡੇ ਹੱਥ ਦੇ ਵਿੱਚ ਵੀ ਬਰਕਤ ਦਿਨੋਂ ਦਿਨ ਵੱਧਦੀ ਜਾਵੇਗੀ, ਸਾਡੇ ਘਰ ਦੇ ਵਿੱਚ ਬਰਕਤ ਵੱਧਦੀ ਜਾਵੇਗੀ। ਤਾਂ ਫਿਰ ਇਹ ਕੋਈ ਔਖਾ ਕੰਮ ਨਹੀਂ ਹੈ। ਮੇਰੀਆਂ ਭੈਣਾਂ ਨੇ ਜਦੋਂ ਵੀ ਸਵੇਰੇ ਉੱਠਣਾ ਹੈ, ਸਭ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਬਾਣੀ ਪੜ੍ਹਨੀ ਹੈ। ਬਾਣੀ ਪੜ੍ਹਨ ਤੋਂ ਬਾਅਦ ਆਪਣੀ ਰਸੋਈ ਦੇ ਵਿੱਚ ਪਹਿਲਾ ਕਦਮ ਰੱਖਣਾ ਹੈ ਅਤੇ ਉੱਥੇ ਵੀ ਚੌਪਾਈ ਸਾਹਿਬ ਜੀ ਦੀ ਬਾਣੀ, ਮੂਲ ਮੰਤਰ ਜੀ ਦਾ ਜਾਪ ਜਾਂ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ ਭੋਜਨ ਤਿਆਰ ਕਰਨਾ ਹੈ। ਤਾਂ ਦੇਖਣਾ ਸਾਡੇ ਘਰ ਦੀਆਂ ਬਰਕਤਾਂ, ਖੁਸ਼ੀਆਂ ਆਪਣੇ ਆਪ ਚੱਲ ਕੇ ਆਉਂਦੀਆਂ ਹਨ। ਅਤੇ ਇੱਥੇ ਇਹ ਦੱਸ ਦਿੰਦੇ ਹਾਂ ਕਿ ਇੱਥੇ 21 ਦਿਨ ਇਸ ਕਰਕੇ ਕਿਹਾ ਗਿਆ ਹੈ, ਜਦੋਂ ਬੰਦਾ 21 ਦਿਨ ਲਗਾਤਾਰ ਕਰੇਗਾ ਤਾਂ ਸਾਨੂੰ ਆਪਣੇ ਘਰ ਦੇ ਜੀਆਂ ਦੇ ਵਿੱਚ ਪੂਰਾ ਬਦਲਾਵ ਦੇਖਣ ਨੂੰ ਮਿਲੇਗਾ। ਵੈਸੇ ਆਪਾਂ ਇਹ ਕੰਮ ਹਰ ਰੋਜ਼ ਕਰਨਾ ਹੈ ਕਿ ਰਸੋਈ ਦੇ ਵਿੱਚ ਵੜਦਿਆਂ ਸਾਰ ਸਤਿਨਾਮ ਵਾਹਿਗੁਰੂ ਜੀ, ਤੁਹਾਡਾ ਹੀ ਆਸਰਾ, ਮਾਲਕ ਦਾ ਸ਼ੁਕਰਾਨਾ, ਮੂਲ ਮੰਤਰ ਜੀ ਦਾ ਜਾਪ, ਚੌਪਾਈ ਸਾਹਿਬ ਜੀ ਦੀ ਬਾਣੀ ਜਾਂ ਫਿਰ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ। ਇਹ ਸ਼ਬਦ ਤਾਂ ਹਰ ਵੇਲੇ, ਹਰ ਹਾਲ, ਹਰ ਚੀਜ਼ ਛਕਣ ਲੱਗਿਆਂ ਕਹਿਣਾ ਹੀ ਚਾਹੀਦਾ ਹੈ, ਤਾਂ ਸਾਡਾ ਜੀਵਨ ਵੀ ਬਦਲ ਜਾਵੇਗਾ। ਅਤੇ ਜਦੋਂ ਵੀ ਰਸੋਈ ਦੇ ਵਿੱਚ ਜਾਣਾ ਹੈ, ਵਾਹਿਗੁਰੂ ਜੀ ਦਾ ਨਾਮ ਲੈ ਕੇ, ਵਾਹਿਗੁਰੂ ਜੀ ਦਾ ਆਸ਼ੀਰਵਾਦ ਲੈ ਕੇ ਫਿਰ ਆਪਣੇ ਕੰਮਾਂ ਕਾਰਾਂ ਨੂੰ ਹੱਥ ਪਾਉਣਾ ਹੈ। ਤਾਂ ਦੇਖਣਾ ਸਾਡੇ ਘਰ ਦੇ ਵਿੱਚ ਬਰਕਤਾਂ, ਖੁਸ਼ੀਆਂ ਆਪਣੇ ਆਪ ਭੱਜੀਆਂ ਆਉਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।